श्री वाहिगुरु साहिब जी। जिम जिम नौवे फेर लगावै, जिम जिम नौवे फेर लगावै। भाई तारू सिंह जी नूं कचहरी दे विच बुला के ਜ਼ਕਰੀਆ ਖਾਨ ਦੇ ਵੱਲੋਂ ਲਾਲਚ ਦਿੱਤੇ ਗਏ ਤਾਂ ਜੋ ਭਾਈ ਤਾਰੂ ਸਿੰਘ ਸਿੱਖ ਧਰਮ ਨੂੰ ਛੱਡ ਕੇ ਇਸਲਾਮ ਧਰਮ ਦੇ ਵਿੱਚ ਆ ਜਾਵੇ। ਪਰ ਭਾਈ ਤਾਰੂ ਸਿੰਘ ਜੀ ਨੇ ਇਸਲਾਮ ਧਰਮ ਧਾਰਨ ਕਰਨ ਤੋਂ ਨਾ ਕਰ ਦਿੱਤੀ ਅਤੇ ਸਾਰੇ ਲਾਲਚਾਂ ਨੂੰ ਵੀ ਠੁਕਰਾ ਦਿੱਤਾ ਤੇ ਜ਼ਕਰੀਆ ਖਾਨ ਖੋਟੇ ਬਚਨ ਬੋਲਦਿਆਂ ਹੋਇਆ ਭਾਈ ਤਾਰੂ ਸਿੰਘ ਜੀ ਨੂੰ ਜੁੱਤੀਆਂ ਮਾਰਨ ਦੀ ਗੱਲ ਕਹੀ ਅਤੇ ਸਿਰ ਦੇ ਵਾਲ ਡਾਉਣ ਦੀ ਗੱਲ ਕਹਿ ਦਿੱਤੀ। ਭਾਈ ਤਾਰੂ ਸਿੰਘ ਜੀ ਨੇ ਫਿਰ ਜਵਾਬ ਦਿੱਤਾ, ਜ਼ਕਰੀਆ ਖਾਨ, ਜੁੱਤੀਆਂ ਮੇਰੇ ਸਿਰ ਵਿੱਚ ਨਹੀਂ, ਜੁੱਤੀਆਂ ਤੇਰੇ ਸਿਰ ਦੇ ਵਿੱਚ ਵੱਜਣਗੀਆਂ। ਤੇ ਗੁੱਸੇ ਦਾ ਵਿੱਚ ਸੜਿਆ ਬੜਿਆ ਨਵਾਬ ਜ਼ਕਰੀਆ ਖਾਨ ਨਾਈਆਂ ਨੂੰ ਸੱਦ ਲਿਆ ਤੇ ਨਾਈਆਂ ਨੂੰ ਹੁਕਮ ਕਰ ਦਿੱਤਾ ਕਿ ਇਸ ਬਾਲਕ ਦੇ ਤਾਰੂ ਸਿੰਘ ਜੀ ਦੇ ਕੇਸ ਕੱਟ ਕੇ ਮੈਨੂੰ ਦਿੱਤੇ ਜਾਣ। ਨਾਈਆਂ ਨੇ ਭਾਈ ਤਾਰੂ ਸਿੰਘ ਜੀ ਦੇ ਕੇਸ ਕੱਟਣ ਦਾ ਯਤਨ ਕੀਤਾ ਪਰ ਭਾਈ ਤਾਰੂ ਸਿੰਘ ਜੀ ਦਾ ਪ੍ਰਤਾਪ ਇੰਨਾ ਜ਼ਿਆਦਾ ਸੀ ਚਿਹਰੇ ਦਾ, ਉਹਨਾਂ ਕੋਲ ਝੱਲਿਆ ਨਹੀਂ ਗਿਆ, ਜਿਹਦੇ ਕਰਕੇ ਨਾਈ ਭਾਈ ਤਾਰੂ ਸਿੰਘ ਜੀ ਦੇ ਕੇਸ ਨਾ ਕੱਟ ਸਕੇ। ਕਿਉਂਕਿ ਜਿਹੜਾ ਮਨੁੱਖ ਬੰਦਗੀ ਕਰਨ ਵਾਲਾ ਹੁੰਦਾ ਹੈ ਜਾਂ ਜਿਹਨੂੰ ਪ੍ਰੇਮ ਦਾ ਰੰਗ ਲੱਗ ਜਾਂਦਾ ਹੈ, ਉਹਦੇ ਅੰਦਰ ਦਾ ਪ੍ਰੇਮ ਉਹਦੇ ਚਿਹਰੇ ਦੇ ਰਾਹੀਂ ਭਾਸਦਾ ਹੈ। ਜਿਹਨੂੰ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਕਿਹਾ, ਲਾਲ ਰੰਗ ਜਿਸ ਕੋ ਲਾਗਾ ਤਿਸ ਕੇ ਵਡਭਾਗਾ, ਮੈਲਾ ਕਦੇ ਨ ਹੋਵੇ ਨ ਲਾਗੇ ਦਾਗਾ। ਕਿਉਂਕਿ ਲਾਲ ਰੰਗ ਪ੍ਰੇਮ ਦਾ ਰੰਗ ਹੈ ਤੇ ਜਿਸ ਮਨੁੱਖ ਦਾ ਪ੍ਰੇਮ ਪ੍ਰਮਾਤਮਾ ਦੇ ਨਾਲ ਪੈ ਜਾਂਦਾ ਹੈ, ਉਸ ਮਨੁੱਖ ਦੇ ਪ੍ਰੇਮ ਉਹਨੂੰ ਲਾਲ ਰੰਗ ਉਹਦੇ ਚਿਹਰੇ ਦੇ ਰਾਹੀਂ ਭਾਖਦਾ ਹੈ ਤੇ ਉਹਦੇ ਚਿਹਰੇ ਦਾ ਪ੍ਰਤਾਪ ਇੰਨਾ ਜ਼ਿਆਦਾ ਬਣ ਜਾਂਦਾ ਹੈ ਕਿ ਆਮ ਮਨੁੱਖ ਉਸ ਮਨੁੱਖ ਦੇ ਚਿਹਰੇ ਵੱਲ ਨੂੰ ਜਾਂ ਬੰਦਗੀ ਕਰਨ ਵਾਲੇ ਚਿਹਰੇ ਵੱਲ ਨੂੰ ਨਹੀਂ ਵੇਖ ਸਕਦਾ, ਕਿਉਂਕਿ ਉਹਦਾ ਚਿਹਰਾ ਬਹੁਤ ਜ਼ਿਆਦਾ ਭਾਖਦਾ ਹੁੰਦਾ ਹੈ। ਤੇ ਜਿਹਨੂੰ ਵੀ ਇਹ ਪ੍ਰੇਮ ਰੰਗ ਲੱਗਾ ਹੈ, ਜਿਹੜਾ ਵੀ ਇਸ ਪ੍ਰੇਮ ਰੰਗ ਦੇ ਵਿੱਚ ਭਿੱਜਿਆ ਹੈ, ਉਹਦਾ ਹੀ ਚਿਹਰਾ ਇਸ ਤਰੀਕੇ ਨਾਲ ਭਾਖਦਾ ਹੈ, ਦਗਦਾ ਕਰਦਾ ਹੈ। ਤੇ ਭਾਈ ਤਾਰੂ ਸਿੰਘ ਜੀ ਉਸ ਪ੍ਰੇਮ ਰੰਗ ਦੇ ਵਿੱਚ ਭਿੱਜੇ ਹੋਏ ਹਨ, ਜਿਸ ਕਰਕੇ ਨਾਈਆਂ ਦੇ ਕੋਲੋਂ ਭਾਈ ਤਾਰੂ ਸਿੰਘ ਦਾ ਚਿਹਰਾ ਤੱਕਿਆ ਨਹੀਂ ਗਿਆ ਅਤੇ ਭਾਈ ਤਾਰੂ ਸਿੰਘ ਜੀ ਦੇ ਕੇਸ ਨਾ ਕੱਟੇ ਗਏ। ਜਦੋਂ ਜ਼ਕਰੀਆ ਖਾਨ ਨੇ ਡਰਾਵੇ ਦਿੱਤੇ, ਜਿਮ ਜਿਮ ਨੌਵਣ ਫੇਰ ਲਗਾਵੇ, ਡਰਾ ਡਰਾ ਕੇ ਨਵਾਬ ਜ਼ਕਰੀਆ ਖਾਨ ਨਾਈਆਂ ਨੂੰ ਕੇਸ ਕੱਟਣ ਵਾਸਤੇ ਫਿਰ ਲਾਉਂਦਾ ਹੈ। ਤਿਮ ਤਿਮ ਉਨ ਹੱਥ ਭੈੜੇ ਪਾਵੈ, ਤਿਮ ਤਿਮ ਉਨ ਹੱਥ ਭੈੜੇ ਪਾਵੈ। ਭੈੜੇ ਤੋਂ ਭਾਵ ਕਿ ਕੰਬਦੇ ਹਨ। ਜਿਵੇਂ ਜਿਵੇਂ ਜ਼ਕਰੀਆ ਖਾਨ ਡਰਾਉਂਦਾ ਹੈ, ਧਮਕਾਉਂਦਾ ਹੈ, ਤੇ ਜਿਹੜੇ ਨਾਈ ਕੇਸ ਕੱਟਣ ਦੀ ਕੋਸ਼ਿਸ਼ ਕਰਦੇ ਹਨ, ਉਹਨਾਂ ਦੇ ਹੱਥ ਪੈਰ ਕੰਬਦੇ ਹਨ। ਉਹਨਾਂ ਦੇ ਹੱਥ ਪੈਰ ਜਿਹੜੇ ਕੰਬਦੇ ਹਨ ਅਤੇ ਉਹਨਾਂ ਕੰਬਦਿਆਂ ਹੋਇਆ ਹੱਥਾਂ ਦੇ ਕੋਲੋਂ ਭਾਈ ਤਾਰੂ ਸਿੰਘ ਦੇ ਕੇਸ ਨਹੀਂ ਕੱਟੇ ਗਏ। ਜਿਮ ਜਿਮ ਨੌਵਣ ਨਵਾਬ ਡਰਾਵੈ, ਜਿਮ ਜਿਮ ਨੌਵਣ ਨਵਾਬ ਡਰਾਵੈ। ਤੇ ਨਵਾਬ ਬਾਰ ਨਾਈਆਂ ਨੂੰ ਡਰਾਵੇ ਦਿੰਦਾ ਹੈ, ਹੋਰ ਲਾਲਚ ਦਿੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਇਹ ਭਾਈ ਤਾਰੂ ਸਿੰਘ ਦੇ ਕੇਸ ਕੱਟ ਦੇਣ। ਕਲਾ ਖਾਲਸੇ ਤਬ ਐਸੀ ਕਈ, ਕਲਾ ਖਾਲਸੇ ਤਬ ਐਸੇ ਕਈ। ਕਲਾ ਖਾਲਸੇ ਦੀ ਉੱਥੇ ਵਰਤੀ, ਪੂਰੇ ਗੁਰੂ ਨੇ ਆਪਣੇ ਸੇਵਕ ਦੀ ਲਾਜ ਰੱਖੀ। ਭਾਈ ਤਾਰੂ ਸਿੰਘ ਦੀ ਕੀਤੀ ਹੋਈ ਅਰਦਾਸ
ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ, ਪ੍ਰਮਾਤਮਾ ਜੀ ਨੇ ਭਾਈ ਤਾਰੂ ਸਿੰਘ ਜੀ ਦੀ ਅਰਦਾਸ ਨੂੰ ਸਵੀਕਾਰ ਕਰਦਿਆਂ ਹੋਇਆ ਭਾਈ ਤਾਰੂ ਸਿੰਘ ਦੇ ਕੇਸਾਂ ਨੂੰ ਆਂਚ ਨਹੀਂ ਲੱਗਣ ਦਿੱਤੇ। ਭਾਵ ਕਿ ਨਾਈ ਜਿਹੜੇ ਹਨ ਉਹ ਭਾਈ ਤਾਰੂ ਸਿੰਘ ਜੀ ਦੇ ਕੇਸ ਨਾ ਕੱਟ ਸਕੇ, ਕਿਉਂਕਿ ਜਦੋਂ ਜ਼ਕਰੀਆ ਖਾਨ ਨੇ ਹੁਕਮ ਕੀਤਾ ਸੀ ਤੇ ਭਾਈ ਤਾਰੂ ਸਿੰਘ ਜੀ ਨੇ ਵੀ ਅੰਦਰੋਂ ਸੁਰਤ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ, ਸਤਿਗੁਰੂ ਇਹ ਕੇਸ ਤੇਰੇ ਹਨ, ਤੇਰੀ ਮੋਹਰ ਹੈ ਤੇ ਇਹਨਾਂ ਕੇਸਾਂ ਦੀ ਬੇਅਦਬੀ ਨਾ ਹੋਵੇ, ਇਹਨਾਂ ਕੇਸਾਂ ਨੂੰ ਦਾਗ ਨਾ ਲੱਗੇ। ਮੇਰੀ ਅਰਦਾਸ ਇਹ ਹੈ ਕਿ ਮੇਰੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਕਲੇ, ਮੇਰੇ ਕੇਸ ਜਿਹੜੇ ਜੁਦਾ ਨਾ ਹੋਣ, ਕਿਉਂਕਿ ਮੈਂ ਨਹੀਂ ਚਾਹੁੰਦਾ ਇਹਨਾਂ ਕੇਸਾਂ ਦੀ ਬੇਅਦਬੀ ਹੋਵੇ। ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ, ਸਤਿਗੁਰੂ ਜੀ ਨੇ ਉਸ ਅਰਦਾਸ ਨੂੰ ਸਵੀਕਾਰ ਕਰਦਿਆਂ ਹੋਇਆ ਭਾਈ ਤਾਰੂ ਸਿੰਘ ਜੀ ਦੀ ਲਾਜ ਰੱਖੀ। ਪਰ ਜਦੋਂ ਅੱਜ ਵਰਤਮਾਨ ਵਿੱਚ ਚੱਲਾਂਗੇ, ਕਿਉਂਕਿ ਆਪਾਂ ਵਰਤਮਾਨ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਸਾਨੂੰ ਪਤਾ ਲੱਗ ਜਾਵੇਗਾ ਸਾਡੇ ਵੱਡੇ ਵਡੇਰੇ ਕਿੱਥੇ ਸਨ ਤੇ ਸਾਡਾ ਜੀਵਨ ਕਿੱਥੇ ਖੜਿਆ ਹੈ। ਵੱਡੇ ਵਡੇਰਿਆਂ ਨੇ ਜੋ ਕੁਰਬਾਨੀਆਂ ਕੀਤੀਆਂ, ਅਸੀਂ ਉਹਨਾਂ ਵੱਡੇ ਵਡੇਰਿਆਂ ਦੀਆਂ ਕੁਰਬਾਨੀਆਂ ਨੂੰ ਕਿਵੇਂ ਪਿੱਠ ਵਿਖਾ ਰਹੇ ਹਾਂ, ਸਾਨੂੰ ਪਤਾ ਲੱਗ ਜਾਣਾ ਹੈ। ਕਿਉਂਕਿ ਪਤਾ ਤੇ ਲੱਗ ਹੀ ਗਿਆ ਹੈ ਕਿ ਜੋ ਵੱਡਿਆਂ ਨੇ ਕਾਰਨਾਮੇ ਕੀਤੇ ਹਨ ਉਹ ਅਸੀਂ ਕਰ ਨਹੀਂ ਸਕਦੇ, ਕਿਉਂਕਿ ਅਸੀਂ ਜਿਹੜੇ ਹਾਂ ਉਹ ਗੁਰੂ ਦੇ ਨਾਲ ਟੁੱਟੇ ਹੋਏ ਹਾਂ, ਪ੍ਰਮਾਤਮਾ ਦੇ ਵੱਲੋਂ ਮੁਖ ਮੋੜਿਆ ਹੋਇਆ ਹੈ। ਇਥੋਂ ਤੱਕ ਬਾਣੀ ਵਿੱਚ ਇੱਕ ਬਚਨ ਆਉਂਦਾ, ਕਬੀਰ ਕਾਮ ਪਰੈ ਹਰਿ ਸਿਮਰਿਐ ਐਸਾ ਸਿਮਰੋ ਨਿਤ। ਭਗਤ ਕਬੀਰ ਜੀ ਕਹਿੰਦੇ ਜਦੋਂ ਮਨੁੱਖ ਨੂੰ ਸਵਾਰਥ ਆ ਗਿਆ, ਲਾਲਚ ਪੈ ਗਿਆ ਜਾਂ ਕੰਮ ਪੈ ਗਿਆ, ਉਦੋਂ ਗੁਰੂ ਪਰਮਾਤਮਾ ਚੇਤੇ ਆ ਜਾਂਦਾ ਕਿ ਚਲੋ ਹੁਣ ਗੁਰੂ ਪਰਮਾਤਮਾ ਦੇ ਕੋਲ। ਤੇ ਜਦੋਂ ਕੰਮ ਪੂਰਾ ਹੋ ਗਿਆ ਤੇ ਕਿਹੜਾ ਗੁਰੂ ਤੇ ਕਿਹੜਾ ਪਰਮਾਤਮਾ, ਭਾਵ ਕਿ ਪਿੱਠ ਵਿਖਾ ਦੇਣੀ। ਭਾਵ ਕਿ ਕੰਮ ਵਾਸਤੇ ਗੁਰੂ ਪਰਮਾਤਮਾ ਚੇਤੇ ਹੈ, ਕੰਮ ਵਾਸਤੇ ਗੁਰੂ ਦੀ ਬਾਣੀ ਚੇਤੇ ਹੈ, ਕੰਮ ਵਾਸਤੇ ਗੁਰਦੁਆਰਾ ਧਾਰਮਿਕ ਸਥਾਨ ਚੇਤੇ ਹੈ। ਪਰ ਜੇ ਉਹਦਾ ਲਗਾਤਾਰ ਪਰਮਾਤਮਾ ਨੂੰ ਯਾਦ ਕੀਤਾ ਜਾਵੇ, ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਿਆ ਜਾਵੇ, ਗੁਰੂ ਦੀ ਸਿੱਖਿਆ ਦੀ ਪਾਲਣਾ ਕੀਤੀ ਜਾਵੇ ਤੇ ਉਹਦੇ ਵਾਸਤੇ ਮਨੁੱਖ ਤਿਆਰ ਨਹੀਂ। ਕਿਉਂਕਿ ਮਨੁੱਖ ਜਿਹੜਾ ਉਹ ਸਵਾਰਥੀ ਬਣ ਗਿਆ ਹੈ। ਮਨੁੱਖ ਸਵਾਰਥ ਦੇ ਵਿੱਚ ਇੰਨਾ ਜ਼ਿਆਦਾ ਗਰਕ ਗਿਆ ਹੈ ਕਿ ਸਵਾਰਥ ਪੂਰਾ ਹੋਣ ਦੀ ਦੇਰ ਹੈ। ਮਨੁੱਖ ਜਿਹੜਾ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਦਿੰਦਾ ਹੈ, ਕਿਉਂਕਿ ਮਨੁੱਖ ਸਵਾਰਥੀ ਇੰਨਾ ਜ਼ਿਆਦਾ ਬਣ ਗਿਆ ਹੈ। ਤੇ ਸਵਾਰਥ ਦੇ ਵਿੱਚ ਆ ਕੇ ਜਿਹੜਾ ਮਨੁੱਖ ਆਪਣੇ ਪਰਿਵਾਰ ਦਾ ਨਹੀਂ ਬਣਦਾ, ਜਿਹੜਾ ਮਨੁੱਖ ਆਪਣੇ ਰਿਸ਼ਤੇਦਾਰਾਂ ਦਾ ਨਹੀਂ ਬਣਦਾ, ਉਸ ਮਨੁੱਖ ਨੇ ਗੁਰੂ ਪਰਮਾਤਮਾ ਦਾ ਕਿੱਥੇ ਬਣ ਜਾਣਾ ਹੈ। ਤੇ ਭਾਈ ਤਾਰੂ ਸਿੰਘ ਜੀ ਉਹਨਾਂ ਨੇ ਕੇਸਾਂ ਸਵਾਸਾਂ ਦੇ ਨਾਲ ਨਿਭਾਈ ਹੈ ਤੇ ਅਰਦਾਸ ਕੀਤੀ ਹੈ, ਸਤਿਗੁਰੂ ਮੇਰੇ ਕੇਸਾਂ ਨੂੰ ਜਿਹੜੀ ਕੈਂਚੀ ਨਾ ਲੱਗੇ, ਮੇਰੇ ਕੇਸਾਂ ਦੀ ਬੇਅਦਬੀ ਨਾ ਹੋਵੇ। ਪਰ ਅੱਜ ਵਰਤਮਾਨ ਵਿੱਚ ਭਾਵੇਂ ਮਨੁੱਖ ਹੈ ਤੇ ਭਾਵੇਂ ਇਸਤਰੀ ਹੈ, ਕਿਉਂਕਿ ਦੋਵੇਂ ਜਾਣੇ ਹੀ ਸਤਿਗੁਰੂ ਜੀ ਦੀ ਦਿੱਤੀ ਹੋਈ ਮੋਹਰ ਕੇਸਾਂ ਦੀ ਬੇਅਦਬੀ ਕਰ ਰਹੇ ਹਨ। ਹਰੇਕ ਪੱਖ ਤੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੇ ਅੰਗ ਦੇ ਸਰੀਰ, ਸਾਰੇ ਸਰੀਰ ਤੇ ਜਿੱਥੇ ਜਿੱਥੇ ਵੀ ਸਤਿਗੁਰੂ ਜੀ ਨੇ ਕੇਸ ਬਖਸ਼ੇ ਹਨ, ਉਹਨਾਂ ਦੀ ਕੈਂਚੀ ਲਾ ਕੇ, ਬਲੇਟ ਲਾ ਕੇ, ਉਸਤਰਾ ਲਾ ਕੇ, ਭਾਵ ਕਿ ਕਿਸੇ ਵੀ ਸਾਧਨ ਦੇ ਨਾਲ ਬੇਅਦਬੀ ਕੀਤੀ ਜਾ ਰਹੀ ਹੈ ਤਾਂ ਜੋ ਮੈਂ ਸਮਾਜ ਦੇ ਵਿੱਚ ਸੋਹਣਾ ਲੱਗ ਸਕਾਂ, ਲੋਕ ਮੇਰੀ ਤਾਰੀਫ ਕਰ ਸਕਣ। ਦੁਨੀਆ ਤੇ ਤਾਰੀਫ ਕਰ ਦਵੇਗੀ, ਪਰ ਗੁਰੂ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਉਹ ਇਹ ਮਨੁੱਖ ਜਿਹੜਾ ਹੈ ਡਿੱਗ ਪੈਂਦਾ ਹੈ। ਉਹ ਮਨੁੱਖ ਨੂੰ ਗੁਰੂ ਪਰਮਾਤਮਾ ਦੇ ਘਰ ਦੇ ਵਿੱਚੋਂ ਫਿਰ ਧੱਕੇ ਹੀ ਵੱਜਦੇ ਹਨ, ਕਿਉਂਕਿ ਜਿਹੜਾ ਗੁਰੂ ਪਰਮਾਤਮਾ ਦੀ ਕੁਦਰਤ ਨੂੰ ਨਹੀਂ ਸੰਭਾਲ ਸਕਦਾ, ਜਿਹੜਾ ਗੁਰੂ ਪਰਮਾਤਮਾ ਦੀ ਬਖਸ਼ੇ ਕੇਸਾਂ ਦੀ ਸੰਭਾਲ ਨਹੀਂ ਕਰ ਸਕਦਾ, ਉਹ ਮਨੁੱਖ ਨੂੰ ਗੁਰੂ ਪਰਮਾਤਮਾ ਜਿਹੜਾ ਲਾਗੇ ਨਹੀਂ ਲੱਗਣ ਦਿੰਦਾ। ਸ਼ਾਇਦ ਆਪਾਂ ਪਿੱਛੇ ਜੇ ਇੱਕ ਵਾਰੀ ਵਿਚਾਰਿਆ ਵੀ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਇੱਕ ਸਿੱਖ ਸੀ ਜਿਹਦੇ ਚਿਹਰੇ ਦੇ ਉੱਤੇ, ਦਾੜੀ ਦੇ ਅੰਦਰ, ਠੋਡੀ ਦੇ ਉੱਤੇ ਸਿਰਫ ਇੱਕ ਵਾਲ ਸੀ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰੋਜ਼ ਉਸ ਸਿੱਖ ਨੂੰ ਵੇਖਦੇ ਸਨ
ਪਰ ਜਿਸ ਦਿਨ ਉਹਨੇ ਉਹ ਵਾਲ ਕੱਟ ਦਿੱਤਾ, ਕਿਉਂਕਿ ਉਹਨੂੰ ਏਦਾਂ ਲੱਗਾ ਕਿ ਹੋ ਸਕਦਾ ਹੈ ਕਿ ਇਸ ਵਾਲ ਦੇ ਨਾਲ ਗੁਰੂ ਸਾਹਿਬ ਜੀ ਤੋਂ ਮੈਂ ਗੁਰੂ ਸਾਹਿਬ ਤੋਂ ਉਹ ਖੁਸ਼ੀਆਂ ਨਾ ਲੈ ਸਕਾਂ। ਇਸ ਵਾਲ ਦੇ ਕਰਕੇ ਹੋ ਸਕਦਾ ਕਿ ਮੈਨੂੰ ਗੁਰੂ ਉਹ ਖੁਸ਼ੀਆਂ ਨਾ ਦੇ ਸਕੇ, ਤੇ ਖੁਸ਼ੀਆਂ ਲੈਣ ਬਦਲੇ ਉਹਨੇ ਵਾਲ ਕੱਟ ਦਿੱਤਾ। ਤੇ ਅਗਲੇ ਦਿਨ ਗੁਰੂ ਸਾਹਿਬ ਜੀ ਨੇ ਉਹਦੇ ਵੱਲ ਪਿੱਠ ਕਰ ਦਿੱਤੀ, ਕਿਉਂਕਿ ਗੁਰੂ ਵਾਸਤੇ ਸਭ ਤੋਂ ਪਹਿਲਾਂ ਕੇਸ ਹਨ। ਸਤਿਗੁਰੂ ਜੀ ਨੇ ਬਾਣੀ ਵਿੱਚ ਇਸੇ ਕਰਕੇ ਗਿਆ ਵਾ ਕਿ ਹੇ ਮਨੁੱਖ, ਤੂੰ ਉਸ ਕੇਸਾਂ ਵਾਲੇ ਪ੍ਰਮਾਤਮਾ ਨੂੰ ਧਿਆ, ਜਿਹੜਾ ਪ੍ਰਮਾਤਮਾ ਕੇਸਾਂ ਵਾਲਾ ਹੈ, ਭਾਵ ਕਿ ਪ੍ਰਮਾਤਮਾ ਦਾ ਸਰਗੁਣ ਰੂਪ, ਜਿਹਨੂੰ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਕਬੀਰ ਕੇਸੋ ਕੇਸੋ ਭੁਖੀਐ, ਕਬ ਸੋਈਏ ਆਸਾਰ, ਰਾਤ ਦਿਵਸ ਕੇ ਕਾਰਨੇ, ਕਬ ਹੋ ਕੇ ਸੁਨੇ ਪੁਕਾਰ। ਕਹਿੰਦੇ ਉਹ ਕੇਸਾਂ ਵਾਲਾ, ਕੇਸੋ ਕੇਸੋ ਤੋਂ ਭਾਵ ਕੇਸਾਂ ਵਾਲਾ ਪ੍ਰਮਾਤਮਾ ਨੂੰ ਯਾਦ ਕਰ। ਤੇ ਪਰ ਮਨੁੱਖ ਜਿਹੜਾ ਕੇਸਾਂ ਦੀ ਬੇਅਦਬੀ ਕਰ ਰਿਹਾ ਹੈ, ਮਨੁੱਖ ਜਿਹੜਾ ਵਾ ਕੇਸਾਂ ਨੂੰ ਪੈਰਾਂ ਦੇ ਵਿੱਚ ਰੋੜ ਰਿਹਾ ਹੈ, ਤੇ ਜਿਹੜੇ ਲੋਕ ਕੱਟਦੇ ਹਨ ਉਹ ਲੋਕ ਇਹਨਾਂ ਕੇਸਾਂ ਦਾ ਵਪਾਰ ਕਰਦੇ ਹਨ, ਭਾਵ ਕਿ ਗੁਰੂ ਦੇ ਕੇਸਾਂ ਦੀ ਹਰੇਕ ਪੱਖ ਤੋਂ ਮਨੁੱਖ ਜਿਹੜਾ ਵਾ ਉਹ ਬੇਅਦਬੀ ਕਰ ਰਿਹਾ ਹੈ, ਇਹਨਾਂ ਨੂੰ ਪੈਰਾਂ ਦੇ ਵਿੱਚ ਰੋਲ ਰਿਹਾ ਹੈ। ਤੇ ਮਨੁੱਖ ਨੂੰ ਇਹਨਾਂ ਕੇਸਾਂ ਦੀ ਕਦਰ ਕੋਈ ਨਹੀਂ, ਸਤਿਕਾਰ ਕੋਈ ਨਹੀਂ। ਤੇ ਜਿਹੜਾ ਮਨੁੱਖ ਗੁਰੂ ਦੇ ਦਿੱਤੀ ਹੋਈ ਦਾਤ ਦਾ ਸਤਿਕਾਰ ਨਹੀਂ ਕਰਦਾ, ਗੁਰੂ ਦੇ ਦਿੱਤੀ ਹੋਈ ਮੋਹਰ ਦਾ ਸਤਿਕਾਰ ਨਹੀਂ ਕਰਦਾ, ਉਸ ਮਨੁੱਖ ਦਾ ਵੀ ਸਤਿਕਾਰ ਜਿਹੜਾ ਦੁਨੀਆ ਤੇ ਨਹੀਂ ਹੁੰਦਾ। ਆ ਝੂਠੀ ਦੁਨੀਆ ਦੇ ਵਿੱਚ 4 ਦਿਨ ਭਾਵੇਂ ਮਨੁੱਖ ਕਰ ਦੇਣ, ਪਰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਉਸ ਮਨੁੱਖ ਨੂੰ ਫਟਕਾਰਾਂ ਹੀ ਪੈਂਦੀਆਂ ਹਨ, ਉਸ ਮਨੁੱਖ ਨੂੰ ਧੱਕੇ ਹੀ ਪੈਂਦੇ ਹਨ। ਤੇ ਭਾਈ ਤਾਰੂ ਸਿੰਘ ਜੀ ਉੱਥੇ ਅਰਦਾਸ ਕੀਤੀ ਹੈ ਗੁਰੂ ਦੇ ਚਰਨਾਂ ਵਿੱਚ ਕਿ ਮੇਰੇ ਕੇਸਾਂ ਨੂੰ ਕੈਂਚੀ ਨਾ ਲੱਗੇ, ਮੇਰੇ ਕੇਸ ਜਿਹੜੇ ਕੱਟੇ ਨਾ ਜਾਣ। ਕਲਾ ਖਾਲਸੇ ਤਬ ਐਸੀ ਕਰੀ, ਪੂਰੇ ਗੁਰੂ ਨੇ ਕਲਾ ਵਰਤਾਈ। ਭਾਈ ਤਾਰੂ ਸਿੰਘ ਜੀ ਦੀ ਅਰਦਾਸ ਨੂੰ ਸੁਣਿਆ ਤੇ ਭਾਈ ਤਾਰੂ ਸਿੰਘ ਜੀ ਦੇ ਕੇਸਾਂ ਨੂੰ ਕੈਂਚੀ ਦੇ ਨਾਲ ਕੱਟਣ ਨਹੀਂ ਦਿੱਤਾ। ਨੌਵਨ ਦ੍ਰਿਸ਼ਟ ਮਤ ਤਬ ਪਈ, ਨੌਵਨ ਦ੍ਰਿਸ਼ਟ ਮਤ ਤਬ ਭਈ। ਭਾਈ ਤਾਰੂ ਸਿੰਘ ਜੀ ਦੇ ਚਿਹਰੇ ਦਾ ਪ੍ਰਕਾਸ਼ ਇੰਨਾ ਜ਼ਿਆਦਾ ਸੀ ਕਿ ਜਿਹੜੇ ਨਾਏ ਸਨ ਉਹਨਾਂ ਨੂੰ ਦਿਖਾਈ ਕੁਝ ਨਹੀਂ ਸੀ ਦਿੰਦਾ। ਨਵਾਬ ਕਹਿਓ ਇਨ ਜਾਦੂ ਚਲਾਇਆ, ਨਵਾਬ ਕਹਿਓ ਇਨ ਜਾਦੂ ਚਲਾਇਆ। ਨਵਾਬ ਜ਼ਕਰੀਆ ਖਾਂ ਕਹਿਣ ਲੱਗਾ ਇਸ ਤਾਰੂ ਸਿੰਘ ਨੇ ਜ਼ਰੂਰ ਕੋਈ ਨਾ ਕੋਈ ਜਾਦੂ ਚਲਾਇਆ ਹੈ, ਜਿਹਦੇ ਕਰਕੇ ਨਾਈਆਂ ਦੇ ਸੰਦ ਨਹੀਂ ਚੱਲ ਰਹੇ, ਜਿਹਦੇ ਕਰਕੇ ਨਾਈ ਜਿਹੜੇ ਇਹਦੇ ਕੇਸ ਨਹੀਂ ਕੱਟ ਸਕਦੇ। ਇਹਨੇ ਜ਼ਰੂਰ ਕੋਈ ਨਾ ਕੋਈ ਜਾਦੂ ਚਲਾ ਕੇ ਕੇਸਾਂ ਉੱਤੇ ਜਾਦੂ ਕਰ ਦਿੱਤਾ ਹੈ, ਜਿਹਦੇ ਕਰਕੇ ਕੇਸ ਨਹੀਂ ਕੱਟੇ ਜਾ ਰਹੇ। ਕਹਿ ਨੌਵਨ ਕਛ ਲੱਭ ਦਿਵਾਇਆ, ਕਹਿ ਨੌਵਨ ਕਛ ਲੱਭ ਦਿਵਾਇਆ। ਨਾਈਆਂ ਨੂੰ ਹੋਰ ਲਾਲਚ ਦਿੱਤੇ ਹਨ ਕਿ ਕੋਈ ਨਾ ਕੋਈ ਹੀਲਾ ਵਸੀਲਾ ਵਰਤ ਕੇ ਇਹਦੇ ਕੇਸ ਕੱਟ ਦਵੋ, ਪਰ ਨਾਈਆਂ ਨੇ ਹੱਥ ਖੜੇ ਕਰ ਦਿੱਤੇ। ਨਵਾਬ ਜੀ ਸਾਡੇ ਹੱਥ ਖੜੇ ਹਨ, ਅਸੀਂ ਭਾਈ ਤਾਰੂ ਸਿੰਘ ਦੇ ਕੇਸ ਨਹੀਂ ਕੱਟ ਸਕਦੇ, ਅਸੀਂ ਹਰੇਕ ਹੀਲਾ ਵਸੀਲਾ ਵਰਤ ਕੇ ਵੇਖ ਲਿਆ ਹੈ, ਪਰ ਇਹਨਾਂ ਦੇ ਕੇਸਾਂ ਨੂੰ ਜਿਹੜੀ ਕੈਂਚੀ ਚੱਲ ਹੀ ਨਹੀਂ ਰਹੀ, ਕੈਂਚੀ ਨਾਲ ਕੱਟੇ ਨਹੀਂ ਜਾ ਰਹੇ, ਤੇ ਅਸੀਂ ਜਿਹੜੇ ਇਹਨਾਂ ਦੇ ਕੇਸ ਨਹੀਂ ਕੱਟ ਸਕਦੇ। ਹਾਰ ਕੇ ਜ਼ਕਰੀਆ ਖਾਂ ਨੇ ਕਾਜੀ ਮੁੱਲਾ ਸੱਦੇ ਹਨ ਤੇ ਕਾਜੀ ਮੁੱਲਾ ਨੂੰ ਕਿਹਾ ਜਿਹੜਾ ਭਾਈ ਤਾਰੂ ਸਿੰਘ ਜੀ ਨੇ ਜਾਦੂ ਚਲਾਇਆ ਹੈ ਕੇਸਾਂ ਉੱਤੇ, ਉਹ ਜਿਹੜਾ ਜਾਦੂ ਕੁਰਾਨ ਦੇ ਵਿੱਚੋਂ ਆਇਤਾਂ ਪੜ੍ਹ ਕੇ, ਉਹ ਮੰਤਰ ਪੜ੍ਹ ਕੇ ਇਸ ਜਾਦੂ ਨੂੰ ਹਟਾਇਆ ਜਾਵੇ। ਤੇ ਕਾਜੀ ਮੁੱਲਾ ਫਿਰ ਕੁਰਾਨ ਦੇ ਵਿੱਚੋਂ ਉਹ ਆਇਤਾਂ ਪੜ੍ਹਦੇ ਹਨ, ਉਹ ਮੰਤਰ ਪੜ੍ਹਦੇ ਹਨ, ਜਿਨ੍ਹਾਂ ਦੇ ਮੰਤਰ ਜਾਦੂ ਦੂਰ ਹੋ ਜਾਵੇ। ਦੂਰ ਪਰ ਹੋਇਆ ਨਹੀਂ, ਕਿਉਂਕਿ ਹੋਵੇ ਤੇ ਦੂਰ ਤਾਂ ਜੇ ਭਾਈ ਤਾਰੂ ਸਿੰਘ ਜੀ ਨੇ ਉੱਥੇ ਕੋਈ ਜਾਦੂ ਚਲਾਇਆ ਹੋਵੇ, ਕਿਉਂਕਿ ਭਾਈ ਤਾਰੂ ਸਿੰਘ ਨੇ ਕੱਲੀ ਅਰਦਾਸ ਕੀਤੀ ਹੈ ਉਸ ਗੁਰੂ ਪਰਮਾਤਮਾ ਦੇ ਚਰਨਾਂ ਵਿੱਚ, ਤੇ ਕਲਾ ਵਰਤਾਉਣ ਵਾਲਾ ਤੇ ਪਰਮਾਤਮਾ ਗੁਰੂ ਆਪ ਹੈ। ਤੇ ਜਿੱਥੇ ਗੁਰੂ ਪਰਮਾਤਮਾ ਦੀ ਕਲਾ ਵਰਤਦੀ ਹੋਵੇ, ਉੱਥੇ ਜਿਹੜਾ ਮਨੁੱਖ ਜਿਹੜੇ ਇਹਨਾਂ ਭਰਮਾਂ ਦੇ ਵਿੱਚ ਪਏ ਹਨ ਕਿ ਜਾਦੂ ਟੂਣਿਆਂ ਨਾਲ ਸਭ ਕੁਝ ਹੋ ਜਾਵੇਗਾ, ਉਹਨਾਂ ਦੇ ਜਾਦੂ ਟੂਣੇ ਉੱਥੇ ਕੰਮ ਨਹੀਂ ਆਉਂਦੇ। ਜਿੱਥੇ ਗੁਰੂ ਪਰਮਾਤਮਾ ਦੀ ਕਲਾ ਵਰਤ ਜਾਵੇ। ਤੇ ਜਦੋਂ ਕਾਜੀ ਮੁੱਲਾ ਵੀ ਜ਼ੋਰ ਲਾ ਕੇ ਹਟ ਗਏ, ਨਾਏ ਵੀ ਪੂਰਾ ਜ਼ੋਰ ਲਾ ਕੇ ਹਟ ਗਏ, ਪਰ ਭਾਈ ਤਾਰੂ ਸਿੰਘ ਦੇ ਕੇਸ ਉਸੇ ਤਰੀਕੇ ਨਾਲ ਸਹੀ ਸਲਾਮਤ ਰਹੇ। ਅਬ ਲਿਆਵੋ ਮੋਚੀ ਦੋ ਚਾਰ, ਅਬ ਲਿਆਵੋ ਮੋਚੀ ਦੋ ਚਾਰ।
ਫਿਰ ਹਾਰ ਕੇ ਜ਼ਕਰੀਆ ਖਾਂ ਕਹਿਣ ਲੱਗਾ, ਜੇ ਇਹਨਾਂ ਕੋਲ ਨਹੀਂ ਕੱਟੇ ਜਾਂਦੇ ਤਾਂ ਫਿਰ ਮੋਚੀਆਂ ਨੂੰ ਸੱਦਿਆ ਜਾਵੇ, ਮੋਚੀਆਂ ਨੂੰ ਸੱਦ ਕੇ ਇਹਦੇ ਕੇਸ ਕਟਾਏ ਜਾਣ। ਫਿਰ 2-4 ਜਿਹੜੇ ਮੋਚੀ ਸੱਦੇ ਗਏ ਹਨ। ਖੋਪੜੀ ਸਾਥ ਦਿਓ ਬਾਲ ਉਤਾਰ, ਖੋਪਰੀ ਸਾਥ ਦਿਓ ਬਾਲ ਉਤਾਰ। ਜ਼ਕਰੀਆ ਖਾਂ ਕਹਿਣ ਲੱਗਾ ਮੋਚੀਆਂ ਨੂੰ ਕਿ ਜਿੰਨੇ ਤੁਹਾਨੂੰ ਪੈਸੇ ਚਾਹੀਦੇ ਹਨ ਪੈਸੇ ਮਿਲ ਜਾਣਗੇ, ਜਿੰਨਾ ਤੁਹਾਨੂੰ ਜ਼ਮੀਨ ਜਾਇਦਾਦ ਚਾਹੀਦਾ ਉਹ ਮਿਲ ਜਾਵੇਗਾ। ਇਸ ਬਾਲਕ ਦੇ ਤਾਰੂ ਸਿੰਘ ਦੇ ਕੇਸਾਂ ਦੇ ਨਾਲ ਇਹ ਖੋਪੜੀ ਨੂੰ ਜਿਹੜਾ ਉਤਾਰ ਦਿੱਤਾ ਜਾਵੇ। ਤਬ ਸਿੰਘ ਜੀ ਬਹੁ ਭਲੀ ਮਨਾਏ, ਤਬ ਸਿੰਘ ਜੀ ਬਹੁ ਭਲੀ ਮਨਾਏ। ਤੇ ਜਦੋਂ ਭਾਈ ਤਾਰੂ ਸਿੰਘ ਦੇ ਸਾਹਮਣੇ ਜ਼ਕਰੀਆ ਖਾਂ ਨੇ ਇਹ ਗੱਲ ਕਹਿ ਦਿੱਤੀ ਤੇ ਭਾਈ ਤਾਰੂ ਸਿੰਘ ਨੇ ਉਸ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਹੈ, ਭਲਾ ਮਨਾਇਆ, ਸ਼ੁਕਰ ਕੀਤਾ ਹੈ। ਸਾਥ ਕੇਸਨ ਕੇ ਖੋਪੜੀ ਜਾਏ, ਸਾਥ ਕੇਸਨ ਕੇ ਖੋਪੜੀ ਜਾਏ, ਕਿ ਇਸ ਗੱਲ ਦਾ ਭਲਾ ਕੀਤਾ ਹੈ ਕਿ ਖੋਪੜੀ ਉਤਰ ਜਾਵੇਗੀ, ਕੋਈ ਗੱਲ ਨਹੀਂ, ਪਰ ਮੇਰੇ ਜਿਹੜੇ ਕੇਸ ਹਨ ਉਹ ਤੇ ਸਹੀ ਸਲਾਮਤ ਮੇਰੇ ਸਿੱਖੀ ਕੇਸਾਂ ਦੇ ਨਾਲ ਨਿਭ ਜਾਵੇਗੀ। ਤੋਪੀ ਹਮਰੋ ਬਚਨ ਰਹਾਈ, ਤੋਪੀ ਹਮਰੋ ਬਚਨ ਰਖਾਏ, ਤਾਂ ਵੀ ਮੇਰੇ ਜਿਹੜੇ ਕਹੇ ਹੋਏ ਬਚਨ ਰਹਿ ਜਾਣਗੇ, ਕਿਉਂਕਿ ਭਾਈ ਤਾਰੂ ਸਿੰਘ ਨੇ ਬਚਨ ਕੀਤੇ ਹਨ ਕਿ ਮੇਰੇ ਕੇਸ ਨਹੀਂ ਤੁਸੀਂ ਕੱਟ ਸਕਦੇ, ਤੇ ਇਹ ਜਿਹੜੇ ਬਚਨ ਭਾਈ ਤਾਰੂ ਸਿੰਘ ਦੇ ਰਹਿ ਜਾਣਗੇ। ਸਿੱਖੀ ਕੀ ਗੁਰ ਪੈਜ ਰਖਾਈ, ਸਿੱਖੀ ਕੀ ਗੁਰ ਪੈਜ ਰਖਾਈ। ਸਤਿਗੁਰੂ ਪ੍ਰਮਾਤਮਾ ਨੇ ਸਿੱਖੀ ਦੀ ਪੈਜ ਰੱਖ ਦਿੱਤੀ। ਅਕਾਲ ਅਕਾਲ ਸਿੰਘ ਜਾਪ ਉਚਾਰੇ, ਅਕਾਲ ਅਕਾਲ ਸਿੰਘ ਜਾਪ ਉਚਾਰੇ। ਤੇ ਭਾਈ ਤਾਰੂ ਸਿੰਘ ਜੀ ਫਿਰ ਅਕਾਲ ਅਕਾਲ ਦਾ ਜਾਪ ਉਚਾਰਦੇ ਹਨ, ਉਸ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਨ। ਸੁਣ ਨਵਾਬ ਮੁੰਦੇ ਕੰਨ ਸਾਰੇ, ਸੁਣ ਨਵਾਬ ਮੁੰਦੇ ਕੰਨ ਸਾਰੇ। ਤੇ ਨਵਾਬ ਨੇ ਜਦੋਂ ਉਸ ਅਕਾਲ ਪੁਰਖ ਦੇ ਨਾਮ ਦੀ ਆਵਾਜ਼ ਸੁਣੀ ਕਿ ਭਾਈ ਤਾਰੂ ਸਿੰਘ ਤੇ ਉਸ ਅਕਾਲ ਪੁਰਖ ਦਾ ਨਾਮ ਲੈਣ ਲੱਗ ਪਿਆ ਹੈ, ਤਾਂ ਨਵਾਬ ਨੇ ਆਪਣੇ ਕੰਨਾਂ ਨੂੰ ਉਂਗਲਾਂ ਦੇ ਨਾਲ ਮੁੰਦ ਲਿਆ, ਤਾਂ ਜੋ ਮੇਰੇ ਕੰਨਾਂ ਦੇ ਵਿੱਚ ਇਹਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਨਾਮ ਨਾ ਪੈ ਸਕੇ। ਤਬ ਨਵਾਬ ਬਹੁ ਕ੍ਰੋਧਿਤ ਭਰਾ, ਤਬ ਨਵਾਬ ਕ੍ਰੋਧ ਹੈ ਭਰਾ। ਨਵਾਬ ਬਹੁਤ ਜ਼ਿਆਦਾ ਕ੍ਰੋਧ ਵਿੱਚ ਆ ਗਿਆ, ਬੜੇ ਗੁੱਸੇ ਵਿੱਚ ਆਇਆ। ਸੋ ਹੁਕਮ ਉਨ ਮੋਚੀਨ ਕਰਾ, ਸੋ ਹੁਕਮ ਉਨ ਮੋਚੀਨ ਕਰਾ। ਨਵਾਬ ਨੇ ਜ਼ਕਰੀਆ ਖਾਂ ਨੇ ਮੋਚੀਆਂ ਨੂੰ ਹੁਕਮ ਕਰ ਦਿੱਤਾ, ਇਸ ਕੀ ਖੋਪੜੀ ਸਾਥੇ ਬਾਲ, ਇਸ ਕੀ ਖੋਪੜੀ ਸਾਥੇ ਬਾਲ, ਇਹਦੀ ਖੋਪੜੀ ਸਮੇਤ ਵਾਲਾਂ ਦੇ ਨਾਲ ਲਾ ਦਿੱਤੀ ਜਾਵੇ। ਕਾਟ ਉਤਾਰੋ ਰੰਬੀ ਨਾਲ, ਕਾਟ ਉਤਾਰੋ ਰੰਬੀ ਨਾਲ। ਆਪਣੇ ਰੰਬੀ ਦੇ ਨਾਲ ਜਿਹੜੇ ਤੁਹਾਡੇ ਕੋ ਸੰਦ ਹਨ ਉਹਨਾਂ ਦੇ ਨਾਲ ਇਹਦੀ ਖੋਪੜੀ ਉਤਾਰੀ ਜਾਵੇ। ਤਬੈ ਕਸਾਇਨ ਵੈਸੀ ਕਰੀ, ਤਬੈ ਕਸਾਇਨ ਵੈਸੀ ਕਰੀ। ਮੋਚੀਆਂ ਨੇ ਫਿਰ ਜ਼ਕਰੀਆ ਖਾਂ ਦਾ ਹੁਕਮ ਮੰਨ ਕੇ ਉਸੇ ਤਰੀਕੇ ਨਾਲ ਕਰਨਾ ਆਰੰਭ ਕਰ ਦਿੱਤਾ। ਕਰ ਪੈਨੀ ਸਿਰ ਰੰਬੀ ਧਰੀ, ਕਰ ਪੈਨੀ ਸਿਰ ਲੰਬੀ ਧਰੀ। ਪੈਨੀ ਤੋਂ ਭਾਵ ਹੁੰਦਾ ਤਿੱਖੀ। ਸਭ ਤੋਂ ਪਹਿਲਾਂ ਮੋਚੀਆਂ ਨੇ ਆਪਣੀ ਰੰਬੀ ਨੂੰ ਤਿੱਖਿਆ ਕੀਤਾ ਹੈ, ਤੇ ਰੰਬੀ ਨੂੰ ਤਿੱਖੀ ਕਰਕੇ ਮੱਥੇ ਦੇ ਉੱਤੇ ਜਿੱਥੋਂ ਸਾਡੇ ਕੇਸ ਸ਼ੁਰੂ ਹੁੰਦੇ ਹਨ ਉੱਥੇ ਤਿੱਖੀ ਕਰਕੇ ਰੰਬੀ ਨੂੰ ਰੱਖਿਆ ਗਿਆ ਹੈ। ਪੈਨੀ ਥੀ ਰੰਬੀ ਕਰੀ, ਤਰ ਮੱਥਿਓ ਦੀ ਦਬਾਏ, ਪੈਨੀ ਥੀ ਰੰਬੀ ਕਰੀ, ਤਰ ਮੱਥਿਓ ਦਈ ਦਬਾਏ। ਭਾਈ ਰਤਨ ਸਿੰਘ ਜੀ ਦੱਸਦੇ ਹਨ ਕਿ ਕਿਸ ਤਰੀਕੇ ਦੇ ਨਾਲ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰੀ ਗਈ ਹੈ। ਮੱਥੇ ਦੇ ਉੱਤੇ ਤਿੱਖੀ ਕਰਕੇ ਰੰਬੀ ਰੱਖੀ ਗਈ ਹੈ, ਅਤੇ ਫਿਰ ਉਸ ਰੰਬੀ ਨੂੰ ਜ਼ੋਰ ਦੇ ਨਾਲ ਥੌੜੀਆਂ ਦੇ ਨਾਲ ਭਾਈ ਤਾਰੂ ਸਿੰਘ ਦੇ ਮੱਥੇ ਦੇ ਵਿੱਚ ਖਬੋ ਦਿੱਤਾ। ਮੱਥੇ ਤੇ ਕੰਨਾ ਦਈ ਕਿਚਿਓ ਦਈ ਪੁਟਾਏ, ਮੱਥੇ ਤੇ ਕੰਨਾ ਤਈ ਕਿਚਿਓ ਦਈ ਪੁਟਾਏ। ਮੱਥੇ ਤੋਂ ਲੈ ਕੇ ਦੋਵੇਂ ਬੰਨੇ ਕੰਨਾਂ ਤੱਕ ਜਿੱਥੋਂ ਤੱਕ ਸਾਡੇ ਵਾਲ ਹਨ, ਅਤੇ ਫਿਰ ਗਿੱਚੀ ਤੱਕ ਜਿੱਥੋਂ ਤੱਕ ਸਾਡੇ ਸਿਰ ਦੇ ਵਾਲ ਆਉਂਦੇ ਹਨ, ਇੱਥੋਂ ਤੱਕ ਫਿਰ ਰੰਬੀ ਦੇ ਨਾਲ ਭਾਈ ਤਾਰੂ ਸਿੰਘ ਦੀ ਖੋਪਰੀ ਨੂੰ ਉਤਾਰਿਆ ਗਿਆ। ਸਿੰਘ ਜੀ ਮੁਖਤੇ ਸੀਨਾ ਕਰੀ, ਸਿੰਘ ਜੀ ਮੁਖ ਤੇ ਸੀ ਨਾ ਕਰੇ। ਭਾਈ ਤਾਰੂ ਸਿੰਘ ਨੇ ਮੁਖ ਤੋਂ ਸੀ ਨਹੀਂ ਕੀਤੀ, ਕਿਉਂਕਿ ਭਾਈ ਤਾਰੂ ਸਿੰਘ ਜੀ ਨੂੰ ਉਹ ਅੰਤਰ ਧਿਆਨ ਹਨ, ਉਹਨਾਂ ਨੂੰ ਇਸ ਬਾਰੇ ਬਾਰ-ਬਾਰ ਦੁੱਖ ਬਾਰੇ ਕੋਈ ਵੀ ਜਿਹੜਾ ਖਿਆਲ ਨਹੀਂ ਹੈ ਕਿ ਬਾਹਰ ਮੈਨੂੰ ਇਹਨਾਂ ਦੁੱਖ ਹੋ ਰਿਹਾ ਹੈ, ਕਿਉਂਕਿ ਅੰਤਰ ਧਿਆਨ ਹੋ ਕੇ ਭਾਈ ਤਾਰੂ ਸਿੰਘ ਦੀ ਸੁਰਤ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕਾ ਕੇ ਬੈਠੇ ਹਨ। ਧੰਨ ਧੰਨ ਗੁਰਮੁਖ ਕਹਿਣੀ ਸਰੀ, ਧੰਨ ਧੰਨ ਗੁਰਮੁਖ ਕਹਾਣੀ ਸਰੀ। ਤੇ ਭਾਈ ਤਾਰੂ ਸਿੰਘ ਦੀ ਮੁਖ ਤੋਂ ਉਸ ਪ੍ਰਮਾਤਮਾ ਦਾ
ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦਾ ਜਾਪ ਕਰਦੇ ਹਨ, ਗੁਰੂ ਗੁਰੂ ਉਚਾਰਦੇ ਹਨ। ਹਕਾਰੋ ਦੇਖ ਲੋਕ ਬਹੁ ਭਰੇ, ਹਕਾਰੋ ਦੇਖ ਲੋਕ ਬਹੁ ਭਰੇ। ਤੇ ਜਿਹੜੇ ਲੋਕ ਲਾਹੌਰ ਦੇ ਇਹ ਤਮਾਸ਼ਾ ਵੇਖਣ ਆਏ ਸਨ, ਭਾਈ ਤਾਰੂ ਸਿੰਘ ਦਾ ਖੋਪੜੀ ਦਾ ਉਤਾਰਨ ਦਾ ਜਾਂ ਵਾਲ ਕੱਟਣ ਦਾ, ਜਦੋਂ ਉਹਨਾਂ ਲੋਕਾਂ ਨੇ ਵੇਖਿਆ ਕਿ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰ ਦਿੱਤੀ ਗਈ ਹੈ, ਪਰ ਫਿਰ ਵੀ ਭਾਈ ਤਾਰੂ ਸਿੰਘ ਜੀ ਉਸੇ ਤਰੀਕੇ ਨਾਲ ਬੈਠੇ ਹੋਏ ਹਨ ਅਤੇ ਗੁਰੂ ਗੁਰੂ ਉਚਾਰ ਕਰ ਰਹੇ ਹਨ। ਅਤੇ ਜਿਹੜੇ ਲੋਕ ਸਨ ਕਹਿਣ ਲੱਗੇ, ਇਹ ਜਿਨ੍ਹਾਂ ਲੋਕਾਂ ਨੇ ਇਹ ਪਾਪ ਕਮਾਇਆ ਹੈ, ਜਿਨ੍ਹਾਂ ਲੋਕਾਂ ਨੇ ਇਹ ਜ਼ੁਲਮ ਕੀਤਾ ਹੈ, ਉਹ ਲੋਕ ਹੰਕਾਰੇ ਹੋ ਗਏ ਹਨ। ਜੋ ਸੋ ਸੁਨੈ ਸੋ ਹੈ ਕਰੇ, ਜੋ ਜੋ ਸੁਣੈ ਸੋ ਹੈ ਕਰੇ। ਜਿੱਥੇ ਜਿੱਥੋਂ ਤੱਕ ਇਹ ਖਬਰ ਫੈਲ ਗਈ, ਸਾਰੇ ਲੋਕੀ ਹੈ ਅਫਸੋਸ ਹੀ ਕਰਦੇ ਹਨ ਕਿ ਭਾਈ ਤਾਰੂ ਸਿੰਘ ਜੀ ਰੱਬ ਦਾ ਬੰਦਾ, ਰੱਬ ਦੀ ਬੰਦਗੀ ਕਰਨ ਵਾਲਾ, ਸਾਰੇ ਸਮਾਜ ਦਾ ਭਲਾ ਮਨਾਉਣ ਵਾਲਾ, ਕਿਸੇ ਦਾ ਬੁਰਾ ਨਾ ਕਰਨ ਵਾਲਾ, ਉਹਨੂੰ ਵੀ ਇਹਨਾਂ ਪਾਪੀਆਂ ਨੇ ਨਹੀਂ ਛੱਡਿਆ, ਉਹਨੂੰ ਵੀ ਏਡਾ ਵੱਡਾ ਤਸੀਹਾ ਦਿੱਤਾ ਹੈ। ਲੋਕ ਸਿਆਣੇ ਐਸੇ ਕਹੇ, ਲੋਕ ਸਿਆਣੇ ਐਸੇ ਕਹੇ। ਜਿਹੜੇ ਸਿਆਣੇ ਲੋਕ ਸਨ, ਉੱਥੇ ਵੇਖ ਰਹੇ ਲੋਕ ਸਨ, ਉਹਨਾਂ ਨੇ ਆਪਣੇ ਮੁਖ ਤੋਂ ਵਚਨ ਉਚਾਰਿਆ, ਪਾਤਸ਼ਾਹੀ ਇਨਕੀ ਨਾ ਰਹੈ, ਪਾਤਸ਼ਾਹੀ ਇਨਕੀ ਨਾ ਰਹੈ। ਉਹਨਾਂ ਲੋਕਾਂ ਨੇ ਫਿਰ ਪ੍ਰਮਾਤਮਾ ਅੱਗੇ ਇੱਕ ਅਰਜ਼ ਕੀਤੀ, ਕਹਿਣ ਲੱਗੇ ਹੈ, ਖੁਦਾਵੰਦ ਪ੍ਰਮਾਤਮਾ ਅੱਲਾ, ਤੇਰੇ ਬੰਦਗੀ ਕਰਨ ਵਾਲਿਆਂ ਬੰਦਿਆਂ ਉੱਤੇ ਵੀ ਹੁਣ ਏਡਾ ਵੱਡਾ ਜ਼ੁਲਮ ਹੋਣ ਲੱਗ ਪਿਆ ਹੈ। ਤੇ ਜਿਨ੍ਹਾਂ ਨੂੰ ਤੂੰ ਰਾਜ ਭਾਗ ਦਿੱਤਾ ਸੀ, ਜਿਨ੍ਹਾਂ ਨੇ ਰਾਜ ਭਾਗ ਕਮਾ ਕੇ ਤੇਰੇ ਵੱਲੋਂ ਮੁਖ ਮੋੜ ਕੇ ਜ਼ੁਲਮ ਕਰਨ ਲੱਗ ਪਏ ਹਨ, ਹੁਣ ਉਹਨਾਂ ਨੂੰ ਰਾਜ ਕਰਨ ਦਾ ਅਧਿਕਾਰ ਨਾ ਦੇ। ਇਹਨਾਂ ਲੋਕਾਂ ਦੇ ਕੋਲੋਂ ਰਾਜ ਭਾਗ ਖੋਹ ਲੈ, ਇਹਨਾਂ ਦੇ ਕੋਲੋਂ ਰਾਜ ਭਾਗ ਖੋਲ ਕੇ ਇਹਨਾਂ ਨੂੰ ਵੀ ਸਜ਼ਾਵਾਂ ਦੇ, ਤਾਂ ਜੋ ਇਹ ਲੋਕ ਜਿਹੜੇ ਪਾਪ ਕਰਦੇ ਹਨ, ਇਹਨਾਂ ਨੂੰ ਵੀ ਦੁੱਖ ਦਾ ਅਹਿਸਾਸ ਹੋ ਸਕੇ। ਕਿਉਂਕਿ ਜਦੋਂ ਧਰਤੀ ਤੇ ਪਾਪ ਬਥੇਰਾ ਹੋ ਜਾਂਦਾ ਹੈ, ਤਾਂ ਧਰਤੀ ਪੁਕਾਰ ਕਰਦੀ ਹੈ ਉਸ ਪ੍ਰਮਾਤਮਾ ਦੇ ਅੱਗੇ ਚਰਨਾਂ ਦੇ ਵਿੱਚ, ਤੇ ਪ੍ਰਮਾਤਮਾ ਧਰਤੀ ਦੀ ਪੁਕਾਰ ਸੁਣ ਕੇ ਫਿਰ ਸਮੇਂ-ਸਮੇਂ ਅਨੁਸਾਰ ਸੰਸਾਰ ਤੇ ਗੁਰੂ ਰੂਪ ਹੋ ਕੇ ਜਾਂ ਬੰਦਗੀ ਰੂਪ ਬਣ ਕੇ ਸੰਸਾਰ ਦਾ ਪਾਰ ਉਤਾਰਾ ਕਰਨ ਵਾਸਤੇ ਪ੍ਰਮਾਤਮਾ ਇਸ ਮਨੁੱਖ ਨੂੰ ਸੁਧਾਰਨ ਵਾਸਤੇ ਕੋਈ ਨਾ ਕੋਈ ਕਲਾ ਵਰਤਾਉਂਦਾ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੰਸਾਰ ਤੇ ਭੇਜਿਆ, ਉਸ ਵਕਤ ਵੀ ਅਰਦਾਸ ਕੀਤੀ ਗਈ ਸੀ ਦੁਨੀਆ ਦੇ ਵੱਲੋਂ, ਕਿਉਂਕਿ ਧਰਮ ਦੇ ਪੱਖ ਦੇ ਵਿੱਚ ਪਾਪ, ਰਾਜਨੀਤੀ ਜ਼ੁਲਮ, ਆਰਥਿਕ ਜਿਹੜਾ ਵਾ ਬਹੁਤ ਜ਼ਿਆਦਾ ਘਾਟਾ ਪੈਣ ਲੱਗ ਪਿਆ ਆਮ ਲੋਕਾਂ ਨੂੰ, ਅਤੇ ਸਮਾਜਿਕ ਪੱਖ ਦੀ ਵੰਡ, ਹਰੇਕ ਪੱਖ ਤੋਂ ਜਿਹੜਾ ਜ਼ੁਲਮ ਜਿਹੜਾ ਚੱਕੀ ਦੇ ਵਿੱਚ ਪੀਸ ਰਿਹਾ ਸੀ। ਜਿਸ ਵਕਤ ਲੋਕਾਂ ਨੇ ਅਰਦਾਸ ਕੀਤੀ ਤੇ ਸੁਣੀ ਅਰਦਾਸ ਪ੍ਰਮਾਤਮਾ ਨੇ, ਤੇ ਗੁਰੂ ਨਾਨਕ ਪਾਤਸ਼ਾਹ ਨੂੰ ਸੰਸਾਰ ਤੇ ਭੇਜਿਆ, ਤੇ ਗੁਰੂ ਨਾਨਕ ਪਾਤਸ਼ਾਹ ਨੇ ਪੀਸਦੇ ਹੋਏ ਲੋਕਾਂ ਨੂੰ ਇਸ ਚੱਕੀ ਦੇ ਵਿੱਚੋਂ ਬਾਹਰ ਕੱਢ ਕੇ ਸੁਤੰਤਰ ਜ਼ਿੰਦਗੀ ਜੀਣ ਦਾ ਸਤਿਗੁਰੂ ਜੀ ਨੇ ਢੰਗ ਤਰੀਕਾ ਦੱਸਿਆ। ਜਦੋਂ ਜਦੋਂ ਜ਼ੁਲਮ ਹੋਇਆ ਹੈ, ਉਦੋਂ ਪ੍ਰਮਾਤਮਾ ਨੇ ਕੋਈ ਖੇਡ ਵਰਤਾਈ ਹੈ। ਤੇ ਭਾਈ ਤਾਰੂ ਸਿੰਘ ਜੀ ਦੀ ਜਦੋਂ ਖੋਪੜੀ ਉਤਾਰੀ ਗਈ, ਤੇ ਲੋਕਾਂ ਨੇ ਅਰਦਾਸ ਕੀਤੀ, ਖੁਦਾਵੰਦ ਪ੍ਰਮਾਤਮਾ ਕੋਈ ਵਰਤਾ ਅਜਿਹੀ ਕਲਾ ਕਿ ਜਿਹੜੇ ਲੋਕ ਰਾਜ ਭਾਗ ਲੈ ਕੇ ਏਡਾ ਜ਼ੁਲਮ ਕਰ ਰਹੇ ਹਨ, ਇਹਨਾਂ ਦੇ ਕੋਲ ਰਾਜ ਭਾਗ ਜਿਹੜਾ ਖੁੱਸ ਜਾਵੇ। ਤੇ ਭਾਈ ਤਾਰੂ ਸਿੰਘ ਉਹ ਉਸੇ ਤਰੀਕੇ ਨਾਲ ਚੜ੍ਹਦੀ ਕਲਾ ਵਿੱਚ ਬੈਠੇ ਹਨ। ਤੇ ਜ਼ਕਰੀਆ ਖਾਂ ਉਹਨੇ ਫਿਰ ਹੁਕਮ ਕਰ ਦਿੱਤਾ, ਭਾਈ ਤਾਰੂ ਸਿੰਘ ਜੀ ਦਾ ਸਰੀਰ ਕਿਲੇ ਦੇ ਮਗਰ ਸੁੱਟ ਦਿੱਤਾ ਜਾਵੇ। ਫਿਰ ਕਿਵੇਂ ਸਿੱਖਾਂ ਨੇ ਭਾਈ ਤਾਰੂ ਸਿੰਘ ਦੇ ਸਿਰ ਦੀ ਮੁਰੰਮਤ ਕੀਤੀ ਗਈ, ਅਤੇ ਭਾਈ ਤਾਰੂ ਸਿੰਘ ਜੀ ਦੇ ਫਿਰ ਬਚਨਾਂ ਦੇ ਨਾਲ ਕਿਵੇਂ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪਿਆ ਹੈ, ਤੇ ਕਿਵੇਂ ਜੁੱਤੀ ਦੇ ਅੱਗੇ ਲਾ ਕੇ ਭਾਈ ਤਾਰੂ ਸਿੰਘ ਜੀ ਨੇ ਖੜਿਆ ਹੈ, ਉਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ 'ਚ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।